ਅੱਛਾ ਸ਼ਹਿਰ ਸਾਹਿਬ, ਇਹ ਗੱਲ ਤੇ ਮੈਨੂੰ ਦੱਸੋ ਬਾ, ਇਹ ਜਿਹੜੇ ਨਿਗਰਾਨ ਵਜ਼ੀਰ ਆਜ਼ਮ ਨੇ ਹੁਣ ਪੈਟਰੋਲ ਦੀਆਂ ਤੇ ਤੇਲ ਦੀਆਂ, ਡੀਜ਼ਲ ਦੀਆਂ ਤੇ ਗੈਸ ਦੀ, ਬਿਜਲੀ ਦੀ ਕੀਮਤ ਵਧਾਈ ਹੈ, ਇਹਦੀ ਕੀ ਵਜ੍ਹਾ ਹੈ? ਇਲੈਕਸ਼ਨ ਹੋ ਗਏ ਨੇ, ਅਵਾਮੀ ਮੈਂਡੇਟ ਆ ਗਿਆ, ਹੁਣ ਇਹਦੀ ਕਿਉਂ ਜ਼ਰੂਰਤ ਪੇਸ਼ ਆ ਰਹੀ ਹੈ? ਵੇਖੋ ਨਾ ਜੀ, ਮਹਿੰਗਾਈ, ਆਮ ਆਦਮੀ ਅੱਗੇ ਹੀ ਆਪਣੇ ਨਾ ਬਕਾ ਦੀ ਜੰਗ ਲੜ ਰਿਹਾ, ਤੇ ਨਿਗਰਾਨ ਹਕੂਮਤ ਨੂੰ ਤੇ ਕੋਈ ਹੱਕ ਹਾਸਲ ਨਹੀਂ ਹੈ। ਚਲੋ ਇਹਨਾਂ ਕੋ ਥੋੜੀ ਜਿਹੀ ਤਰਮੀਮ ਕਰਕੇ ਉਹਨਾਂ ਨੂੰ ਕੋ ਮਾਲੀਆਤੀ ਇਖਤਿਆਰਾਤ ਦਿੱਤੇ ਹੈ। ਅਸਲ ਮਸਲਾ ਇਹ, ਹੁਣ ਜਿਹੜੀ ਨਵੀਂ ਹਕੂਮਤ ਆਉਣੀ ਹੈ ਉਹਨੇ ਮਾਰਚ 'ਚ IMF ਕੋਲੇ ਜਾਣਾ ਹੈ। ਹੁਣ ਜਿਹੜੀ ਹੈਗਾ ਨਵੀਂ ਖਿਚੜੀ ਪੱਕਦੀ ਹੈ ਵੀ ਉਹਨਾਂ ਦਾ ਮਕਸਦ ਹੈ ਉਹਦੇ ਤੋਂ ਪਹਿਲਾਂ ਨਾ ਇਹ ਅਸੀਂ ਸਾਰਾ ਨਾ ਨਿਗਰਾਨ ਹਕੂਮਤ ਹੈ ਨਾ, ਜਿਹੜਾ ਮਹਿੰਗਾਈ ਵਾਲਾ ਬੋਝ ਤੇ ਇਹ ਸਾਰਾ ਗੰਦ ਬਲਾ ਉਹਨਾਂ ਤੇ ਸੱਟ ਕੇ ਨਾ, ਤੇ ਅਸੀਂ ਨਹਾ ਧੋ ਕੇ ਤੇ ਪਾਸੇ ਤੇ ਹੋ ਜਾਈਏ। ਇੰਝ ਗੰਗਾ 'ਚ ਨਹਾ ਕੇ ਤੇ ਇੰਝ ਪਾਪ ਤੇ ਨਹੀਂ ਨਾ ਧਵੀਂਦੇ ਹਨ। ਬਾਹਰ ਸ਼ਾਹ ਨਿਗਰਾਨ ਹਕੂਮਤ ਦੇ ਪਿਛਲੀ ਤੇ ਸੱਟ ਕੇ, ਤੇ ਹੁਣ ਤੁਸੀਂ ਹੁਣ ਤਗੜੇ ਹੋਵੋ, ਜਿਕਣ ਤੁਸੀਂ ਹਕੂਮਤ ਲਈ ਉਹ ਵੀ ਹਰ ਬੰਦੇ ਨੂੰ ਪਤਾ, ਕੋਈ ਕਹਿਣੇ ਆਖਣ ਦੀ ਲੋੜ ਤੇ ਕੋਈ ਨਹੀਂ। ਤੇ ਹੁਣ ਤੁਸੀਂ ਆਪਣੇ ਜ਼ਰੂਰਤਮੰਦਾਨਾ ਫੈਸਲੇ ਕਰੋ, ਬਜਾਏ ਦੇ ਬਾਅਦ ਤੁਸੀਂ ਉਹ ਸੋਚ ਕੇ ਤੇ ਅਫਰਾਤੇ ਜ਼ਾਰੀ 'ਚ ਇਤਨਾ ਕੁ ਹੋ ਜੇ, ਆਊਟ ਆਫ ਕੰਟਰੋਲ ਹੋ ਜੇ। ਉਹਦੇ ਨਾਲ ਬਿਹਤਰ ਇੱਕੋ ਵਾਰੀ ਤੁਸੀਂ ਜਿਹੜੀ ਮਹਿੰਗਾਈ ਕਰਨੀ ਹੈ ਕਰ ਦਿਓ, ਬੰਦੇ ਅੱਗੇ ਵੀ ਮੁਸ਼ਕਲਾਤ ਵਿੱਚ ਨੇ, ਹੋਰ ਜ਼ਿਆਦਾ ਫੇਸ ਕਰ ਲੈਣ ਦੇ। ਉਹਨਾਂ ਵਿਚਾਰਿਆਂ ਨੇ ਕਿਹੜਾ ਕੋ ਗੱਲ ਕਰਨੀ ਹੈ ਜਾਂ ਕੋਈ ਕਹਿਣਾ ਹੈ। ਅੱਛਾ ਚੋਈ ਸਾਹਿਬ, ਮੈਨੂੰ ਇਹ ਦੱਸੋ ਬਾ, ਜਿਹੜਾ ਨਵਾਂ ਆਉਣ ਵਾਲਾ ਵਜ਼ੀਰ ਆਜ਼ਮ ਨਾਮਜ਼ਦ ਹੋਇਆ, ਉਹਦੇ ਬਾਰੇ ਤੁਹਾਡੇ ਜਨਾਬ ਦੇ ਕੀ ਖਿਆਲਾਤ ਨੇ, ਕਿ ਉਹ ਤੇ ਕੋ ਸਾਨੂੰ ਥੋੜ੍ਹਾ ਜਿਹਾ ਬਰੀਫ ਕਰੋ। ਇਹਦਾ ਨਾ ਜੀ ਮੈਂ ਜਵਾਬ ਨਾ ਤੁਹਾਨੂੰ ਇੱਕ ਮਿਸਾਲ ਤੋਂ ਦੇਣਾ। ਇੱਕ ਨਾ ਬੜੇ ਵੱਡੇ ਜ਼ਿਮੀਂਦਾਰ ਰਹੇ ਚੌਧਰੀ ਸਾਹਿਬ, ਉਹਨਾਂ ਦੀ ਨਾ ਬੇਟੀ ਦੀ ਉਹਨਾਂ ਸ਼ਾਦੀ ਕਰਨੀ ਹੈ ਜੀ। ਉਹਨਾਂ ਆਪਣੇ ਮੁਨਸ਼ੀ ਨੂੰ ਆਖਿਆ ਭਾਈ ਬਿਹਤਰੀਨ ਕਿਸਮ ਦਾ ਨਾ ਜੇਜ਼ ਤਿਆਰ ਕਰ। ਬੜਾ ਉਹਨੇ ਲੰਮਾ ਚੌੜਾ ਜੇਜ਼ ਤਿਆਰ ਕੀਤਾ, ਮੱਝਾਂ ਵੀ ਉਹਨਾਂ 10-12 ਦਿੱਤੀਆਂ, ਗੱਡੀ ਛੱਡੀ ਵੀ। ਫਿਰ ਉਹਨੇ ਆਖਿਆ ਬਾ ਮਾਰਕੀ ਵੀ ਨਾ ਜਿਹੜੀ ਜ਼ਿਲ੍ਹੇ 'ਚ ਸਾਰਿਆਂ ਨਾਲ ਵਧੀਆ ਮਾਰਕੀ ਹੈ, ਉੱਥੇ ਉਹਨਾਂ ਬੁਕਿੰਗ ਸ਼ੁਕਿੰਗ ਕਰਵਾ ਲਈ। ਉਹ ਜਿਸ ਵੇਲੇ ਸ਼ਾਦੀ 'ਚ ਕੋਈ ਹਫ਼ਤਾ 10 ਦਿਹਾੜੇ ਰਹਿ ਗਏ ਨਾ, ਉਹ ਕੁੜੀ ਰੋਂਦੀ ਸ਼ਾਮੀ ਨਾ ਪਿਓ ਕੋਲੇ ਆਈ। ਉਹਨੇ ਆਖਿਆ ਅੱਬਾ ਜੀ, ਬਸ ਜਿੱਥੇ ਤੁਸੀਂ ਮੇਰੀ ਸ਼ਾਦੀ ਕਰਨਾ ਚਾਹ ਰਹੇ ਹੋ, ਮੈਂ ਉਸ ਮੁੰਡੇ ਨਾਲ ਨਹੀਂ, ਮੈਂ ਹੋਰ ਬੰਦਾ ਪਸੰਦ ਕਰਨੀ ਹੈ। ਉਹਦੇ ਪਿਓ ਲਾਹ ਲਿੱਤਰ ਲਿਆ, ਉਹਨੇ 5-7 ਸੱਟੇ ਧੀ ਦੇ। ਉਹਨੇ ਆਖਿਆ ਫਲਾਣੀਏ ਢੀਂਗੀ ਹੈ, ਇਤਨੇ ਕਰੋੜ ਦਾ ਜੇਜ਼ ਤਿਆਰ ਕੀਤਾ, ਇਤਨਾ ਮੁਲਕ 10,000 ਬੰਦਾ ਬੁਲਾ ਲਿਆ ਤੇਰੇ ਵਿਆਹ ਤੇ ਇੰਝ ਖਾਣੇ ਤੇ ਇਹ ਵੋ। ਤੇ ਉਹਨੇ ਸਾਰੀ ਡਿਟੇਲ ਉਹਨੂੰ ਦੱਸੀ। ਤੇ ਤੈਨੂੰ ਨਹੀਂ ਪਤਾ ਉਹ ਮੁੰਡਾ ਨਹੀਂ ਸਹੀ ਹੈ, ਮੈਂ ਜਿੱਥੇ ਮੈਂ ਬੜਾ ਸੋਚ ਸਮਝ ਕੇ, ਮੈਨੂੰ ਪਤਾ ਉਸ ਘਰ ਤੇਰੀ ਵਸਿਓ ਹੋਣੀ ਹੈ। ਉਹ ਕੁੜੀ ਰੋਵੇ ਹੀ ਰੋਵੇ। ਉਹਦੀ ਮਾਂ ਵੀ ਉਹਨੂੰ ਆਖਿਆ ਬਾਈ ਇੰਝ ਨਾ ਕਰੋ, ਧੀ ਦੀ ਗੱਲ ਮੰਨ ਲਓ, ਚੰਗੇ ਰਾਹ ਦੇ, ਇੰਝ ਧੱਕਿਆਂ ਨਾਲ ਕਦੇ ਘਰ ਨਹੀਂ ਅੱਜ ਤਾਈਂ ਵਸੇ। ਉਹਦਾ ਪਿਓ ਘਰ ਦੀ ਨੂੰ ਵੀ ਚੌਧਰੀ ਸਾਹਿਬ ਗਾਲਾਂ ਕੱਢਣ, ਬਾ ਤੈਨੂੰ ਨਹੀਂ ਪਤਾ। ਤੇ ਉਹ ਗੱਲ ਮੁਕਤਸਰ ਕਰੀਏ, ਯਾਰ ਉਹ ਧੱਕੇ ਮੁੱਕੇ ਨਾਲ ਉਹ ਦੁਆ ਨਿਕਾਹ ਦੀ ਹੋ ਗਿਆ। ਮਹੀਨੇ ਬਾਅਦ ਅੱਲਾ ਕੀਤਾ ਤਲਾਕ ਵੀ ਹੋ ਗਈ, 2 ਮਹੀਨੇ ਬਾਅਦ ਹੀ ਤਲਾਕ ਹੋ ਗਈ। ਉਹ ਇਹ ਗੱਲ ਮੈਂ ਜਿਨ੍ਹਾਂ ਨੂੰ ਸਮਝਾਉਣਾ ਚਾਹ ਰਿਹਾ ਨਾ, ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ। ਜਿਹੜੀ ਮੈਂ ਮਿਸਾਲ ਦਿੱਤੀ ਹੈ ਨਾ, ਬਾ ਧੱਕੇ ਨਾਲ ਨਾ ਡੋਲੀ ਪਾਈਆਂ ਕਦੇ ਨਹੀਂ ਵਸੀਆਂ। ਤੇ ਇਹ ਫਿਰ ਅੱਗੋਂ ਤੁਸੀਂ ਆਪ ਸਮਝਦਾਰ ਹੋ। ਹੁਣ ਚੀਲਾ ਤੇ ਮੈਂ ਕੱਟਣ ਜੋਗਾ ਕੋ ਨਹੀਂ ਹੈਗਾ, ਬਾਰੀ ਖੁੱਲ ਕੇ ਗੱਲ ਕਰਕੇ। ਤੇ ਜਿਨ੍ਹਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਸੀ ਉਹ ਸਾਰੇ ਸਮਝਦਾਰ ਨੇ ਮਾਸ਼ਾਅੱਲਾ, ਭੈਣਾਂ ਭਰਾ ਮੇਰੇ, ਉਹਨਾਂ ਸਾਰਿਆਂ ਨੂੰ ਸਮਝ ਆ ਗਈ ਹੈ। ਕੀ ਕਿਹਾ ਜਾ ਸਕਦਾ, ਅਲਮੀਆਂ ਹੀ ਹੈ ਇਹ ਜੀ।